कैप्टन अमरिंदर सिंह पहुंचे सन तो उस वेले ਇਹ ਲੱਗਿਆ ਸੀ ਕਿ ਕਾਂਗਰਸ ਦਾ ਅੰਦਰੂਨੀ ਕਲੇਸ਼ ਆ ਜਿਹੜਾ ਕਿਤੇ ਨਾ ਕਿਤੇ ਉਹ ਠੰਡਾ ਹੋਇਆ ਹੈ, ਸ਼ੀਤ ਹੋਇਆ ਹੈ। ਇੱਕ ਵੱਡਾ ਧਮਾਕਾ ਹੋਇਆ ਹੈ, ਜਿਸ ਤੋਂ ਬਾਅਦ ਇਹ ਜਾਪ ਰਿਹਾ ਹੈ ਕਿ ਅੰਦਰੂਨੀ ਕਲੇਸ਼ ਆ ਜਿਹੜਾ ਉਹ ਸੁਲਝਿਆ ਨਹੀਂ ਸੀ ਬਲਕਿ ਅੰਦਰ ਹੀ ਅੰਦਰ ਸੁਲਗ ਰਿਹਾ ਸੀ। ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੋਹਰੇ ਮੁਆਵਜ਼ੇ ਦੇ ਦੋਸ਼ ਲੱਗੇ ਨੇ ਤੇ ਉਹਨਾਂ ਦੋਸ਼ਾਂ ਦੇ ਆਧਾਰ ਤੇ ਮੰਗ ਕੀਤੀ ਹੈ। ਸੁਨੀਲ ਜਾਖੜ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਸਰਵੀਰ ਕੌਰ। ਕਾਂਗਰਸ ਦੇ ਵਿੱਚ ਜਿਹੜਾ ਪਿਛਲੇ ਦਿਨੀ ਅੰਦਰੂਨੀ ਕਲੇਸ਼ ਚੱਲ ਰਿਹਾ ਸੀ, ਨਵਜੋਤ ਸਿੰਘ ਸਿੱਧੂ ਜਦੋਂ ਪ੍ਰਧਾਨ ਬਣਨਾ ਉਹਨਾਂ ਦਾ ਅਨਾਉਂਸ ਹੋਇਆ ਸੀ ਤਾਂ ਉਸ ਤੋਂ ਬਾਅਦ ਕਾਂਗਰਸ ਦੋ ਧੜਿਆਂ ਦੇ ਵਿੱਚ ਵੰਡੀ ਗਈ ਸੀ, ਇੱਕ ਕੈਪਟਨ ਧੜਾ, ਦੂਜਾ ਸਿੱਧੂ ਧੜਾ। ਪਰ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਸਨ ਤਾਂ ਉਸ ਵੇਲੇ ਇਹ ਲੱਗਿਆ ਸੀ ਕਿ ਕਾਂਗਰਸ ਦਾ ਅੰਦਰੂਨੀ ਕਲੇਸ਼ ਆ ਜਿਹੜਾ ਕਿਤੇ ਨਾ ਕਿਤੇ ਉਹ ਠੰਡਾ ਹੋਇਆ ਹੈ, ਸ਼ੀਤ ਹੋਇਆ ਹੈ ਜਾਂ ਖਤਮ ਹੋਇਆ। ਪਰ ਹੁਣ ਕਾਂਗਰਸ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ, ਜਿਸ ਤੋਂ ਬਾਅਦ ਇਹ ਜਾਪ ਰਿਹਾ ਹੈ ਕਿ ਅੰਦਰੂਨੀ ਕਲੇਸ਼ ਆ ਜਿਹੜਾ ਉਹ ਸੁਲਝਿਆ ਨਹੀਂ ਸੀ ਬਲਕਿ ਅੰਦਰ ਹੀ ਅੰਦਰ ਸੁਲਗ ਰਿਹਾ ਸੀ। ਤੇ ਉਹ ਕਲੇਸ਼ ਹੁਣ ਇੱਕ ਵਾਰ ਫੇਰ ਤੋਂ ਬਾਹਰ ਆਇਆ ਕਿਉਂਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਕਾਂਗਰਸ ਹਾਈ ਕਮਾਨ ਨੂੰ ਚਿੱਠੀ ਲਿਖੀ ਗਈ ਹੈ। ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਗਈ ਹੈ। ਇਸ ਤੋਂ ਇਲਾਵਾ ਕੇਸੀ ਵੇਣੂਗੋਪਾਲ ਨੂੰ ਵੀ ਚਿੱਠੀ ਲਿਖੀ ਗਈ ਹੈ, ਜਿਸ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਸੁਨੀਲ ਜਾਖੜ ਦੇ ਵੱਲੋਂ, ਕਿਉਂਕਿ ਰਾਣਾ ਗੁਰਮੀਤ ਸਿੰਘ ਸੋਢੀ ਦੇ ਉੱਤੇ ਦੋਹਰੇ ਮੁਆਵਜ਼ੇ ਦੇ ਦੋਸ਼ ਲੱਗੇ ਨੇ ਤੇ ਉਹਨਾਂ ਦੋਸ਼ਾਂ ਦੇ ਆਧਾਰ ਤੇ ਮੰਗ ਕੀਤੀ ਹੈ। ਸੁਨੀਲ ਜਾਖੜ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਕਿਹਾ ਹੈ ਕਿ ਉਹਨਾਂ ਨੂੰ ਪਾਰਟੀ ਤੋਂ ਬਰਖਾਸਤ ਕੀਤਾ ਜਾਵੇ, ਜਦਕਿ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹਨਾਂ ਨੂੰ ਪੰਜਾਬ ਕੈਬਨਿਟ ਤੋਂ ਬਰਖਾਸਤ ਕੀਤਾ ਜਾਵੇ, ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ। ਕੀ ਹੈ ਪੂਰਾ ਮਾਮਲਾ, ਆਓ ਜਾਣਦੇ ਹਾਂ। ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ AICC ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਇਹ ਕਾਰਵਾਈ ਦੋਹਰੇ ਮੁਆਵਜ਼ੇ ਦੇ ਮਾਮਲੇ ਦੇ ਵਿੱਚ ਕਰਨ ਦੀ ਮੰਗ ਕੀਤੀ ਗਈ ਹੈ। ਚਿੱਠੀ ਦੇ ਵਿੱਚ ਜਾਖੜ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੀ ਸ਼ਰਾਬ ਫੈਕਟਰੀ ਲਾਇਸੈਂਸ ਤੋਂ ਇਲਾਵਾ ਇੱਕ ਮਾਮਲੇ ਦੇ ਵਿੱਚ ਆਪਣੀ ਜ਼ਮੀਨ ਦਾ ਦੋਹਰਾ ਮੁਆਵਜ਼ਾ ਲੈਣ ਦਾ ਜ਼ਿਕਰ ਕੀਤਾ ਹੈ। ਰਾਣਾ ਸੋਢੀ ਦੇ ਵੱਲੋਂ ਸ਼ਰਾਬ ਫੈਕਟਰੀ ਦਾ ਲਾਇਸੈਂਸ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਲਿਆ ਗਿਆ ਸੀ। ਇਹ ਸਵਾਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਚੁੱਕਿਆ ਹੈ। ਜੇਕਰ ਤਕਨੀਕੀ ਤੌਰ ਤੇ ਦੇਖੀਏ ਤਾਂ ਸ਼ਰਾਬ ਫੈਕਟਰੀ ਦੇ ਲਈ ਇਸ ਤਰ੍ਹਾਂ ਦਾ ਲਾਇਸੈਂਸ ਲੈਣਾ ਕੋਈ ਗਲਤ ਤਾਂ ਨਹੀਂ ਹੈ, ਪਰ ਕਾਂਗਰਸੀ ਹਲਕਿਆਂ ਦੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਉਹਨਾਂ ਨੂੰ ਇਹ ਲਾਇਸੈਂਸ ਹੈ ਜਿਹੜਾ ਇਹ ਕਿਵੇਂ ਮਿਲ ਗਿਆ। ਰਾਣਾ ਗੁਰਮੀਤ ਸੋਢੀ ਦਾ ਇਹ ਪ੍ਰੋਜੈਕਟ ਜਿਹੜਾ ਕਿ ਫਾਜ਼ਿਲਕਾ ਦੇ ਪਿੰਡ ਹੀਰਾਵਾਲੀ ਦੇ ਵਿੱਚ ਲੱਗਣਾ ਸੀ, ਜਿੱਥੇ ਕਿ ਲੋਕਾਂ ਦੇ ਵੱਲੋਂ ਵਿਰੋਧ ਹੋਇਆ ਸੀ ਇਸ ਪ੍ਰੋਜੈਕਟ ਦਾ ਤੇ ਉਸ ਤੋਂ ਬਾਅਦ ਲੋਕ ਸੁਖਬੀਰ ਸਿੰਘ ਬਾਦਲ ਨੂੰ ਵੀ ਮਿਲੇ ਸਨ ਤਾਂ ਸੁਖਬੀਰ ਸਿੰਘ ਬਾਦਲ ਨੇ ਵੀ ਭਰੋਸਾ ਦਿੱਤਾ ਸੀ ਕਿ ਉਹ ਪ੍ਰੋਜੈਕਟ ਨਹੀਂ ਲੱਗਣ ਦੇਣਗੇ। ਤਾਂ ਉਸ ਤੋਂ ਬਾਅਦ ਰਾਣਾ ਗੁਰਮੀਤ ਸਿੰਘ ਖੁਦ ਹੀ ਪੰਜਾਬ ਸਰਕਾਰ ਤੋਂ ਇਹ ਮੰਗ ਕਰ ਰਹੇ ਸਨ ਕਿ ਇਹ ਪ੍ਰੋਜੈਕਟ ਹੈ ਜਿਹੜਾ ਉਸ ਪਿੰਡ ਦੇ ਵਿੱਚ ਨਾ ਲਗਾਇਆ ਜਾਵੇ ਬਲਕਿ ਕਿਸੇ ਹੋਰ ਜਗ੍ਹਾ ਤਬਦੀਲ ਕੀਤਾ ਜਾਵੇ, ਜਦਕਿ ਦੂਜੇ ਪਾਸੇ ਵਿਧਾਇਕ ਦਵਿੰਦਰ ਘੁਬਾਇਆ ਸੀਗੇ ਜਿਹੜੇ ਉਹ ਵੀ ਇਸ ਪ੍ਰੋਜੈਕਟ ਦੇ ਵਿਰੁੱਧ ਸਨ। ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਪਹਿਲਾਂ ਹੀ ਜ਼ਮੀਨ ਦੇ ਦੁੱਗਣੇ ਮੁਆਵਜ਼ੇ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਨੇ, ਜਦਕਿ ਸੁਨੀਲ ਜਾਖੜ ਦੇ ਵੱਲੋਂ ਫੇਰ ਤੋਂ ਮੁੱਦਾ ਚੁੱਕਿਆ ਗਿਆ ਤੇ ਕਿਹਾ ਗਿਆ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਰਾਣਾ ਸੋਢੀ ਨੂੰ ਇਹ ਲਾਇਸੈਂਸ ਹੈ ਜਿਹੜਾ ਇਹ ਕਿਵੇਂ ਮਿਲ ਗਿਆ। ਇਸੇ ਹੀ ਮੁੱਦੇ ਤੇ ਪ੍ਰੋ ਪੰਜਾਬ ਟੀਵੀ ਤੇ ਵੀ ਉਹਨਾਂ ਨੇ ਗੱਲ ਕੀਤੀ ਹੈ। ਸੁਨੀਲ ਜਾਖੜ ਨੇ ਪ੍ਰੋ ਪੰਜਾਬ ਟੀਵੀ ਤੇ ਵੀ ਰਾਣਾ ਸੋਢੀ ਨੂੰ ਲੈ ਕੇ ਗੱਲਬਾਤ ਕੀਤੀ ਸੀ। ਕੀ ਕਹਿਣਾ ਸੀ ਸੁਨੀਲ ਜਾਖੜ ਦਾ, ਸਭ ਤੋਂ ਪਹਿਲਾਂ ਤੁਹਾਨੂੰ ਉਹ ਸੁਣਾਉਂਦੇ ਹਾਂ। ਕੀ ਕਹਿਣਾ ਜੀ ਤੁਹਾਡਾ ਇਹਦੇ ਬਾਰੇ? ਨਹੀਂ ਦੇਖੋ, ਮੇਰਾ ਕਿਸੇ ਨਾਲ ਪੰਗਾ ਬਤੌਰ ਪ੍ਰਧਾਨ ਦੇ ਤੌਰ ਤੇ ਮੇਰਾ ਕਿਸੇ ਨਾਲ ਪੰਗਾ ਨਹੀਂ, ਸਾਰੀ ਪਾਰਟੀ ਅਸੀਂ ਇਕੱਠੇ ਹੋ ਕੇ ਚੱਲਦੇ ਹਾਂ। ਪਰ ਜਿਸ ਡਬਲ ਕੰਪਨਸੇਸ਼ਨ ਦੀ ਗੱਲ ਕਰਕੇ ਅੱਜ ਮੈਂ ਵੀ ਸੁਣਿਆ ਸਰਦਾਰ ਪ੍ਰਗਟ ਸਿੰਘ ਹੋਰਾਂ ਦਾ ਜਿਹੜਾ ਹੈ ਉਹਦੇ ਵਿੱਚ ਸ਼ਾਇਦ ਪ੍ਰਗਟ ਸਿੰਘ ਜੀ ਨੂੰ ਪੂਰੀ ਡਿਟੇਲਸ ਦਾ ਪਤਾ ਨਹੀਂ। ਜੇ ਕਿਸੇ ਨੇ ਵੀ ਕਾਂਗਰਸ ਦਾ ਦੇਖੋ ਦੇयर इज अ ਜ਼ੀਰੋ ਟੋਲਰੈਂਸ ਫॉर ਕਰਪਸ਼ਨ ਤੇ ਅਗਰ ਕਿਸੇ ਮੰਤਰੀ ਨੇ ਕਿਸੇ ਫਰਾਡ ਕਰਕੇ ਕੋਈ ਇਸ ਕਿਸਮ ਦਾ ਪੈਸੇ ਦੁਬਾਰਾ ਕੰਪਨਸੇਸ਼ਨ ਲਿਆ ਹੈ ਤਾਂ ਕੈਪਟਨ ਸਾਹਿਬ ਦੀ ਸਰਕਾਰ ਨੇ ਉਹਦੇ ਤੇ ਕੇਸ ਦਰਜ ਕਰਵਾਇਆ। ਕਹਿੰਦੇ ਉਸ ਮੰਤਰੀ ਤੇ ਨਹੀਂ ਕਰਾਇਆ, ਕਹਿੰਦੇ ਉਸ ਮੰਤਰੀ ਤੇ ਨਹੀਂ ਕਰਾਇਆ ਗਿਆ। ਤੁਹਾਡੇ ਵਿਰੋਧੀ ਮੇਸ਼ਿੰਦਰ ਗਰੇਵਾਲ ਹੋਰਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਪਿਛਲੇ ਦਿਨੀ ਕਿ 1962 ਦੇ ਵਿੱਚ ਵੀ ਮੁਆਵਜ਼ਾ ਲਿਆ, 2013 ਚ ਵੀ ਲਿਆ। ਇੱਕ ਮਿੰਟ ਮੇਰੀ ਗੱਲ ਪੂਰੀ ਸੁਣ ਲਓ ਤੁਸੀਂ ਜੀ। ਬਿਲਕੁਲ ਕੈਬਨਿਟ ਦੇ ਅੰਦਰ ਕੋਈ ਜ਼ਿਆਦਾ ਮੰਤਰੀ ਤਾਂ ਹੈਗੇ ਨਹੀਂ ਜੀ ਸਭ। ਇੱਕ ਮੰਤਰੀ ਗੁਰਮੀਤ ਸੋਢੀ ਦੇ ਉੱਤੇ ਪਰਚਾ 30 ਦਸੰਬਰ 2020 ਨੂੰ ਪਰਚਾ ਗੁਰੂ ਹਰਸਾਏ ਕੋਰਟ ਚ ਰਜਿਸਟਰ ਕਰਵਾਇਆ ਗਿਆ ਹੈ ਫॉर ਫਰਾਡ committed on the court and on the state
ਤੇ ਉਹਦੇ ਤੇ ਪਰਚਾ ਦਰਜ ਕਰਾਇਆ ਗਿਆ, ਕਿਉਂਕਿ ਜਦੋਂ ਕੈਪਟਨ ਸਾਹਿਬ ਦੇ ਨਿਗਾਹ 'ਚ ਆਇਆ ਕੇਸ, ਉਹ ਕੇਸ ਇੰਨਾ ਸਾਲ ਇਸ ਕਰਕੇ ਨਹੀਂ ਆਇਆ ਬਿਕੋਜ਼ ਆ ਜਿਹੜਾ ਕੰਪਨਸੇਸ਼ਨ ਉਹਨਾਂ ਨੇ ਲਿਆ, ਡਬਲ ਕੰਪਨਸੇਸ਼ਨ ਆ ਉਸ ਸਮੇਂ ਲਿਆ ਜਦੋਂ ਇੱਥੇ ਅਕਾਲੀ ਸਰਕਾਰ ਸੀਗੀ। ਇਹ ਕੰਪਨਸੇਸ਼ਨ ਉਦੋਂ ਲਿਆ ਜਦੋਂ 2014 ਦੇ ਪਾਰਲੀਮੈਂਟ ਇਲੈਕਸ਼ਨ ਸਿਰ ਤੇ ਖੜੇ ਸੀਗੇ। ਉਸ ਟਾਈਮ ਸਾਡੇ ਮੰਤਰੀ ਨੂੰ ਲਿਵੇੜਨ ਵਾਸਤੇ ਅਕਾਲੀਆਂ ਨੇ ਕੋਈ ਨਾ ਕੋਈ ਸਾਜ਼ਿਸ਼ ਦੇ ਤਹਿਤ ਆ ਸਾਰਾ ਕਰਵਾ ਕੇ ਦਿੱਤਾ। ਅਦਰਵਾਈਜ਼ ਤੁਹਾਨੂੰ ਪਤਾ ਹੈ ਵੀ ਸਰਕਾਰ ਦੇ ਅੰਦਰ ਕਿਸੇ ਵੀ ਸਰਕਾਰ ਹੋਵੇ, ਕਿਸੇ ਇੱਕ ਗਰੀਬ ਬੰਦੇ ਨੂੰ ਆਪਣਾ ਜੈਨੂਇਨ ਕੰਪਨਸੇਸ਼ਨ ਲੈਣ ਵਾਸਤੇ ਵੀ ਬਹੁਤ ਮੁਸ਼ੱਕਤ ਕਰਨੀ ਪੈਂਦੀ ਹੈ। ਤੇ ਇੱਕ ਹੀ ਜ਼ਮੀਨ ਦੀ ਦੁਬਾਰਾ ਕੰਪਨਸੇਸ਼ਨ ਉਹ ਉਦੋਂ ਜਦੋਂ ਆਪੋਜੀਸ਼ਨ ਦੀ ਸਰਕਾਰ ਹੋਵੇ ਬਿਲਕੁਲ ਨਾਮੁਮਕਿਨ ਹੈ ਵਿਦਆਊਟ ਕੰਸੈਂਟ ਫਰੋਮ ਦਾ ਟੌਪ, ਕਿਉਂਕਿ ਬਹੁਤ ਕਰੋੜਾਂ ਰੁਪਏ ਦੀ ਕੰਪਨਸੇਸ਼ਨ ਸੀਗੀ ਵਿਦਆਊਟ ਦਾ ਨੌਲੇਜ ਆਫ ਦਾ ਚੀਫ ਮਿਨਿਸਟਰ ਔਰ ਦਾ ਡਿਪਟੀ ਚੀਫ ਮਿਨਿਸਟਰ ਆਫ ਦੈਟ ਟਾਈਮ, ਜਾਂ ਬਾਦਲ ਸਾਹਿਬ ਖੁਦ ਜਾਂ ਉਸ ਸਮੇਂ ਦੇ ਜਿਹੜੇ ਡਿਪਟੀ ਚੀਫ ਮਿਨਿਸਟਰ ਸੀਗੇ ਸੁਖਬੀਰ ਜੀ, ਉਹਨਾਂ ਦੀ ਮਰਜ਼ੀ ਦੇ ਬਿਨਾ ਐਡਾ ਵੱਡਾ ਫਰਾਡ ਨਹੀਂ ਸੀ ਹੋ ਸਕਦਾ। ਇਹਦਾ ਜਿੰਦਾ ਜਾਗਦਾ ਕੀ ਫਿਰ ਉਹਨਾਂ ਦੀ ਕਾਲੀਆਂ ਨਾਲ ਨੇੜਤਾ ਸੀ ਤੁਹਾਡੇ ਮੰਤਰੀ? ਮੈਂ ਕਿਸੇ ਦੀ ਨੇੜਤਾ ਦੀ ਗੱਲ ਨਹੀਂ ਕਰਦਾ, ਮੈਂ ਤੁਹਾਡੇ ਸਾਹਮਣੇ ਫੈਕਟਸ ਰੱਖ ਰਿਹਾ, ਕਿਉਂਕਿ ਜਦੋਂ ਆ ਕੰਪਨਸੇਸ਼ਨ ਦਾ ਮਸਲਾ ਉਦੋਂ ਦਾ ਹੈ 2013-14 ਦਾ, ਤੇ ਹੁਣ ਜਦੋਂ ਆ ਕੇਸ ਰਜਿਸਟਰ ਹੋਇਆ ਫਸਟ ਵੀਕ ਤੁਸੀਂ ਸਮਝ ਲਓ 30 ਤਰੀਕ ਨੂੰ ਹੋਇਆ, 30 ਦਸੰਬਰ ਨੂੰ, ਤੇ ਫਰਵਰੀ ਦੇ ਪਹਿਲੇ ਹਫਤੇ ਦੇ ਅੰਦਰ ਬਜਟ ਸੈਸ਼ਨ ਆਇਆ ਅਸੈਂਬਲੀ ਦਾ। ਤੇ ਤੁਹਾਡਾ ਕੀ ਖਿਆਲ ਹੈ ਵੀ ਜੇ ਇਹਨਾਂ ਦਾ ਹੱਥ ਨਾ ਹੁੰਦਾ ਤਾਂ ਇਹਨਾਂ ਨੇ ਸਰਕਾਰ ਉਹ ਸੈਸ਼ਨ ਚੱਲਣ ਦੇਣਾ ਸੀਗਾ 10 ਦਿਨ? ਜੇ ਇਹਨਾਂ ਨੇ ਕਿਸੇ ਨੇ ਵੀ ਇਸ ਮਸਲੇ ਨੂੰ ਉੱਥੇ ਅਕਾਲੀਆਂ ਨੇ ਬਿਲਕੁਲ ਰੇਜ਼ ਨਹੀਂ ਕੀਤਾ, ਜਿਸ ਤਰ੍ਹਾਂ ਇੰਗਲਿਸ਼ 'ਚ ਕਹਿੰਦੇ ਨਾ ਸ਼ੂ ਇਜ਼ ਔਨ ਦਾ ਅਦਰ ਫੁੱਟ। ਅੱਜ ਐਕਸਪਲੇਨ ਅਕਾਲੀ ਕਰਨ ਵੀ ਉਹਨਾਂ ਦੀ ਕੀ ਮਿਲੀ ਭਗਤ ਹੈ। ਤੁਸੀਂ ਰਾਣੇ ਗੁਰਜੀਤ ਦੇ ਮਗਰ ਹੱਥ ਪੈ ਗਏ ਸੀਗੇ, ਉਹਨਾਂ ਨੇ ਤਾਂ ਕੋਈ ਪੈਸਾ ਨਾ ਤਾਂ ਕੋਈ ਰੇਤਾ ਪੱਟਿਆ ਗਿਆ ਨਾ ਕੋਈ ਲੈਣ ਦੇਣਾ, ਉਹਨਾਂ ਦੇ ਮਗਰ ਰੌਲਾ ਪਾ ਕੇ ਇਵੈਂਚੁਅਲੀ ਹੀ ਟੂ ਕਮੇਟੀ ਬਣੀ, ਕਮੇਟੀ ਨੇ ਚੈੱਕ ਕਲੀਨ ਚੈੱਕ ਦਿੱਤੀ ਉਹਨਾਂ ਨੂੰ, ਹੀ ਟੂ ਰਿਜ਼ਾਈਨ। ਇੱਥੇ ਇੱਕ ਐਡਾ ਵੱਡਾ ਫਰਾਡ ਦਾ ਕੇਸ ਹੈ, ਸਰਕਾਰ ਆਪਣੇ ਮੰਤਰੀ ਤੇ ਦਰਜ ਕਰਵਾ ਰਹੀ ਹੈ ਪਰਚਾ ਫਰਾਡ ਦਾ। ਕਿ ਰਾਣਾ ਗੁਰਮੀਤ ਸੋਢੀ ਨੇ ਜਿਹੜੇ ਉਹਨਾਂ ਨੂੰ ਪੰਜਾਬ ਦੀ ਜਿਹੜੀ ਕਾਂਗਰਸ ਹੈ ਉਸ ਤੋਂ ਕੱਢਿਆ ਜਾਵੇ, ਪੰਜਾਬ ਕੈਬਨਿਟ ਤੋਂ ਕੱਢਿਆ ਜਾਵੇ, ਇਹ ਸੀਐਮ ਨੂੰ ਚਿੱਠੀ ਲਿਖੀ ਹੈ, ਕਿਉਂਕਿ ਸਵਾਲ ਉਠਾਇਆ ਜਾ ਰਿਹਾ ਹੈ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਇਹ ਲਾਇਸੈਂਸ ਹੈ ਜਿਹੜਾ ਰਾਣਾ ਗੁਰਮੀਤ ਸੋਢੀ ਨੂੰ ਕਿਵੇਂ ਮਿਲ ਗਿਆ ਸੀ। ਇਹ ਵੱਡਾ ਸਵਾਲ ਸੁਨੀਲ ਜਾਖੜ ਦੇ ਵੱਲੋਂ ਲਗਾਤਾਰ ਚੁੱਕਿਆ ਜਾ ਰਿਹਾ ਹੈ। ਹਾਲਾਂਕਿ ਸੂਤਰਾਂ ਦੀ ਮੰਨੀਏ ਤਾਂ ਇਹਨਾਂ ਪੱਤਰਾਂ ਨੇ ਪਾਰਟੀ ਦੇ ਵਿੱਚ ਦਹਿਸ਼ਤ ਦਾ ਮਾਹੌਲ ਵੀ ਪੈਦਾ ਕੀਤਾ ਹੈ। ਅੰਦਰਲੇ ਸੂਤਰ ਦੱਸਦੇ ਨੇ ਕਿ ਜਿਹੜੇ ਸੁਨੀਲ ਜਾਖੜ ਦੇ ਵੱਲੋਂ ਇਹ ਪੱਤਰ ਲਿਖੇ ਗਏ ਨੇ ਕਾਂਗਰਸ ਹਾਈ ਕਮਾਨ ਨੂੰ ਲਿਖਿਆ ਗਿਆ ਸੋਨੀਆ ਗਾਂਧੀ ਨੂੰ, ਜਿਸ ਦੇ ਵਿੱਚ ਕਿਹਾ ਗਿਆ ਕਿ ਰਾਣਾ ਗੁਰਮੀਤ ਸੋਢੀ ਨੂੰ ਪਾਰਟੀ ਤੋਂ ਕੱਢਿਆ ਜਾਵੇ ਕਿਉਂਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਤੋਂ ਸ਼ਰਾਬ ਫੈਕਟਰੀ ਦਾ ਲਾਇਸੈਂਸ ਲਿਆ ਗਿਆ ਸੀ। ਜਦਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਹੈ। ਪਰ ਇਹਨਾਂ ਪੱਤਰਾਂ ਨੇ ਕਾਂਗਰਸ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਸੂਤਰ ਇਹ ਕਹਿ ਰਹੇ ਨੇ। ਦੂਜੇ ਪਾਸੇ ਇਸ ਪ੍ਰੋਜੈਕਟ ਦਾ ਪਿੰਡ ਦੇ ਲੋਕਾਂ ਵੱਲੋਂ ਵੀ ਵਿਰੋਧ ਕੀਤਾ ਗਿਆ। ਹੀਰਾਵਾਲੀ ਪਿੰਡ ਦੇ ਵਿੱਚ ਲੱਗਣਾ ਸੀ ਪ੍ਰੋਜੈਕਟ, ਜਿਹੜਾ ਕਿ 28 ਅਗਸਤ 2015 ਦੀ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਮਿਲੀ ਹੋਈ ਹੈ। ਇਸ ਪ੍ਰੋਜੈਕਟ ਨੇ ਲੱਗਣਾ ਸੀ ਹੀਰਾਵਾਲੀ ਪਿੰਡ ਦੇ ਵਿੱਚ, ਜਿੱਥੇ ਕਿ ਲੋਕ ਵਿਰੋਧ ਦੇ ਵਿੱਚ ਆ ਗਏ ਸਨ। ਸੁਖਬੀਰ ਸਿੰਘ ਬਾਦਲ ਨੂੰ ਵੀ ਮਿਲੇ ਸਨ ਲੋਕ। ਉਸ ਤੋਂ ਬਾਅਦ ਖੁਦ ਰਾਣਾ ਸੋਢੀ ਖੁਦ ਸਰਕਾਰ ਤੋਂ ਮੰਗ ਕਰ ਰਹੇ ਸਨ ਕਿ ਉਸ ਪਿੰਡ ਦੀ ਜਗ੍ਹਾ ਕਿਤੇ ਹੋਰ ਲਗਾਇਆ ਜਾਵੇ ਇਹ ਪ੍ਰੋਜੈਕਟ। ਅਨਾਜ ਆਧਾਰਿਤ ਸ਼ਰਾਬ ਬਣਾਉਣ ਦਾ ਇਹ ਪ੍ਰੋਜੈਕਟ ਹੈ ਜਿਹਨੂੰ 2015 ਦੇ ਵਿੱਚ ਪ੍ਰਵਾਨਗੀ ਮਿਲੀ ਹੈ, ਜਿਸ ਤੇ ਵੱਡਾ ਵਿਵਾਦ ਸ਼ੁਰੂ ਹੋਇਆ। ਸੁਨੀਲ ਜਾਖੜ ਨੇ ਖੁਦ ਪ੍ਰੋ ਪੰਜਾਬ ਟੀਵੀ ਤੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ 30 ਦਸੰਬਰ 2020 ਨੂੰ ਗੁਰੂ ਹਰਸਹਾਏ ਕੋਰਟ ਦੇ ਵਿੱਚ ਰਾਣਾ ਸੋਢੀ ਤੇ ਮਾਮਲਾ ਦਰਜ ਕੀਤਾ ਗਿਆ ਸੀ। ਦੋਹਰੇ ਮੁਆਵਜ਼ੇ ਦਾ ਮਾਮਲਾ ਹੈ, ਜਿਸ ਤੋਂ ਬਾਅਦ ਹੁਣ ਇੱਕ ਤਰ੍ਹਾਂ ਕਿਤੇ ਨਾ ਕਿਤੇ ਕਾਂਗਰਸ ਦਾ ਅੰਦਰੂਨੀ ਕਲੇਸ਼ ਹੈ ਜਿਹੜਾ ਉਹ ਫੇਰ ਤੋਂ ਸਾਹਮਣੇ ਆਇਆ ਹੈ, ਕਿਉਂਕਿ ਸੁਨੀਲ ਜਾਖੜ ਨੇ ਜਿਹੜੇ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ, ਉਹਨਾਂ ਦੇ ਵੱਲੋਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਖਿਲਾਫ ਕਾਂਗਰਸ ਹਾਈ ਕਮਾਨ ਨੂੰ ਪੱਤਰ ਲਿਖਿਆ ਗਿਆ। ਮੰਗ ਕੀਤੀ ਗਈ ਹੈ ਕਿ ਪਾਰਟੀ ਚੋਂ ਕੱਢਿਆ ਜਾਵੇ ਕਿਉਂਕਿ ਜ਼ਮੀਨ ਦਾ ਮਾਮਲਾ ਹੈ, ਦੋਹਰੇ ਮੁਆਵਜ਼ੇ ਦਾ ਮਾਮਲਾ ਹੈ। ਕਿਤੇ ਨਾ ਕਿਤੇ ਕਾਂਗਰਸ ਦਾ ਅੰਦਰੂਨੀ ਕਲੇਸ਼ ਆ ਜਿਹੜਾ ਉਹ ਫੇਰ ਸਾਹਮਣੇ ਆਇਆ, ਕਿਉਂਕਿ ਰਾਣਾ ਗੁਰਮੀਤ ਸੋਢੀ ਨੇ ਜਿਹੜੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਰਹੇ ਨੇ, ਉਹਨਾਂ ਦੇ ਖਾਸਮ ਖਾਸ ਰਹੇ ਨੇ, ਤੇ ਕਾਂਗਰਸ ਜਿਹੜੀ ਕਿ ਪਿਛਲੇ ਸਮੇਂ ਦੋ ਧੜਿਆਂ ਦੇ ਵਿੱਚ ਵੀ ਵੰਡੀ ਗਈ ਸੀ, ਸਿੱਧੂ ਧੜਾ ਤੇ ਕੈਪਟਨ ਧੜਾ। ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਸਨ ਸਿੱਧੂ ਦੀ ਤਾਜਪੋਸ਼ੀ ਤੱਕ, ਉਸ ਵੇਲੇ ਕਿਤੇ ਨਾ ਕਿਤੇ ਲੱਗ ਰਿਹਾ ਸੀ ਕਿ ਅੰਦਰੂਨੀ ਕਲੇਸ਼ ਹੁਣ ਘਟੇਗਾ। ਪਰ ਇਹ ਕਲੇਸ਼ ਆ ਜਿਹੜਾ ਇੱਕ ਵਾਰ ਫੇਰ ਤੋਂ ਕਾਂਗਰਸ ਦੇ ਵਿੱਚ ਧਮਾਕਾ ਹੋਇਆ ਹੈ। ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਕਾਂਗਰਸ ਹਾਈ ਕਮਾਨ ਨੂੰ ਚਿੱਠੀ ਲਿਖੀ ਗਈ ਹੈ
ਕੈਬਨਿਟ ਮੰਤਰੀ ਰਾਣਾ ਸੋਢੀ ਦੇ ਖਿਲਾਫ ਵੱਡੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਹੁਣ ਦੇਖਣਾ ਹੋਏਗਾ ਕਿ ਕਾਂਗਰਸ ਦੇ ਵਿੱਚ ਰਾਣਾ ਗੁਰਮੀਤ ਸੋਢੀ ਦਾ ਕੀ ਬਣੇਗਾ, ਹਾਈ ਕਮਾਂਡ ਕੀ ਸਟੈਂਡ ਲਏਗੀ, ਕੈਪਟਨ ਅਮਰਿੰਦਰ ਸਿੰਘ ਕੀ ਸਟੈਂਡ ਲੈਣਗੇ, ਕਿਉਂਕਿ ਰਾਣਾ ਗੁਰਮੀਤ ਸਿੰਘ ਸੋਢੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਰਹੇ ਨੇ। ਕੀ ਬਣੇਗਾ ਤੇ ਉਸ ਤੋਂ ਬਾਅਦ ਸੁਨੀਲ ਜਾਖੜ ਨੇ ਜਿਹੜੇ ਉਹਨਾਂ ਦਾ ਨਵਾਂ ਸਟੈਂਡ ਹੈ ਜਿਹੜਾ ਉਹ ਕੀ ਹੋਏਗਾ। ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ।